हेलो व्यूअर्स, ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਗੇਟਵੇ ਟੂ ਇੰਗਲਿਸ਼ ਅਤੇ ਮੈਂ ਹਾਂ ਰਜਿੰਦਰ ਕੁਮਾਰ। ਬਿਨਾਂ ਟਾਈਮ ਵੇਸਟ ਕੀਤੇ, ਜਿਵੇਂ ਕਿ ਆਪਣੀ ਆਦਤ ਹੀ ਹੈ ਕਿ ਆਪਾਂ ਟਾਈਮ ਵੇਸਟ ਨਹੀਂ ਕਰਦੇ, ਡਾਇਰੈਕਟ ਜੋ ਵੀਡੀਓ ਸ਼ੁਰੂ ਕਰਦੇ ਹਾਂ। ਸਬਸਕ੍ਰਾਈਬ ਕਰਨਾ, ਲਾਈਕ ਕਰਨਾ, ਸ਼ੇਅਰ ਕਰਨਾ, ਇਹ ਜੋ ਹੈ ਮੈਂ ਆਪ ਜੀ ਤੇ ਛੱਡਦਾ ਹਾਂ। ਵੀਡੀਓ ਨੂੰ ਜੋ ਹੈ ਲਾਈਕ ਕਰਨਾ ਪਲੀਜ਼। ਤੇ ਚਲੋ ਸਟਾਰਟ ਕਰਦੇ ਹਾਂ। ਆਪਾਂ ਪੈਸਿਵ ਵੌਇਸ ਕਰ ਰਹੇ ਸੀ ਤੇ ਅੱਜ ਆਪਣਾ ਜੋ ਟੈਂਸ ਹੈ ਉਹ ਫਿਊਚਰ ਇੰਡੈਫਿਨਿਟ ਟੈਂਸ ਹੈ। ਬਾਕੀ ਪਹਿਲਾਂ ਆਪਾਂ ਕਵਰ ਕਰ ਚੁੱਕੇ ਆ 6 ਟੈਂਸ ਆਪਣੇ ਕਵਰ ਹੋ ਗਏ ਨੇ। ਪ੍ਰੈਜ਼ੈਂਟ ਦੇ ਫਸਟ 3, ਪਾਸਟ ਦੇ ਫਸਟ 3, ਠੀਕ ਹੈ ਜੀ। ਜਿਹੜਾ ਫੋਰਥ ਹੈ ਉਸਦਾ ਪੈਸਿਵ ਬਣਦਾ ਨਹੀਂ ਹੈ, ਇਸ ਕਰਕੇ ਯਾਨੀ ਕਿ ਆਪਣਾ ਪ੍ਰੈਜ਼ੈਂਟ ਕੰਪਲੀਟ ਹੋ ਚੁੱਕਾ ਹੈ ਪੈਸਿਵ ਵੌਇਸ, ਪਾਸਟ ਕੰਪਲੀਟ ਹੋ ਚੁੱਕਾ ਹੈ ਤੇ ਹੁਣ ਫਿਊਚਰ ਇੰਡੈਫਿਨਿਟ ਹੈ। ਫਿਊਚਰ ਟੈਂਸ ਦੇ ਵਿੱਚ ਸਿਰਫ 2 ਟੈਂਸ ਨੇ ਜਿਨ੍ਹਾਂ ਦਾ ਪੈਸਿਵ ਬਣਦਾ ਹੈ। ਇੱਕ ਤਾਂ ਅੱਜ ਹੋ ਜਾਏਗਾ ਆਪਣਾ ਫਿਊਚਰ ਇੰਡੈਫਿਨਿਟ ਟੈਂਸ, ਉਸ ਤੋਂ ਬਾਅਦ ਇੱਕ ਹੋ ਰਿਹਾ ਫਿਊਚਰ ਪਰਫੈਕਟ ਟੈਂਸ, ਉਹਨਾਂ ਦਾ ਪੈਸਿਵ ਬਣਦਾ ਹੈ, ਉਹ ਆਪਾਂ ਕਰਾਂਗੇ। ਤੇ ਉਸ ਤੋਂ ਬਾਅਦ ਜੋ ਟਿਪੀਕਲ ਸੈਂਟੈਂਸਿਸ ਨੇ ਉਹਨਾਂ ਦਾ ਜੋ ਨੰਬਰ ਆਏਗਾ ਉਹ ਆਪਾਂ ਕਰਾਂਗੇ। ਟਿਪੀਕਲ ਸੈਂਟੈਂਸਿਸ ਕਰਨ ਤੋਂ ਪਹਿਲਾਂ ਅਤੇ ਫਿਊਚਰ ਪਰਫੈਕਟ ਤੋਂ ਬਾਅਦ ਵਿਚਾਲੇ ਇੱਕ ਵੀਡੀਓ ਪਾਵਾਂਗੇ ਆਪਾਂ। ਉਸ ਵਿੱਚ ਮੈਂ ਇੱਕ ਟ੍ਰਿਕ ਰਾਹੀਂ ਤੁਹਾਨੂੰ ਦੱਸੂਗਾ ਕਿ ਹੈਲਪਿੰਗ ਵਰਬ ਕਿਹੜੇ ਪੈਸਿਵ ਰੂਲ ਦੇ ਵਿੱਚ ਪੈਸਿਵ ਬਣਾਉਂਦੇ ਸਮੇਂ ਇਹ ਹੈਲਪਿੰਗ ਵਰਬ ਹੈ ਜਿਹੜੀ ਕਿਵੇਂ ਲੱਗਦੀ ਹੈ, ਕਿਵੇਂ ਉਸਨੂੰ ਆਪਾਂ ਯਾਦ ਰੱਖ ਸਕਦੇ ਹਾਂ, ਦਿਮਾਗ 'ਚ ਕਿਵੇਂ ਬਿਠਾ ਸਕਦੇ ਹਾਂ। ਬਿਲਕੁਲ ਸਿੰਪਲ ਜਿਹੀ ਟ੍ਰਿਕ ਦੱਸੂਗਾ ਮੈਂ, ਉਹ ਵੀਡੀਓ ਜ਼ਰੂਰ ਦੇਖਣਾ ਤੁਸੀਂ। ਫਿਊਚਰ ਪਰਫੈਕਟ ਟੈਂਸ ਤੋਂ ਬਾਅਦ 'ਚ ਪਾਉਂਗਾ ਉਹ ਵੀਡੀਓ ਮੈਂ। ਚਲੋ ਅੱਜ ਦੀ ਆਪਾਂ ਸਟਾਰਟ ਕਰਦੇ ਹਾਂ। ਇਸ ਟੈਂਸ ਦੀ ਪਛਾਣ ਹੈ ਜੀ ਗਾ ਗੇ ਗੀ। ਜਿਹਨਾਂ ਵਾਕਾਂ ਦੇ ਅੰਤ ਵਿੱਚ ਗਾ ਗੇ ਗੀ ਆ ਜਾਵੇ ਉਹ ਸੈਂਟੈਂਸਿਸ ਜੋ ਹੈ ਫਿਊਚਰ ਇੰਡੈਫਿਨਿਟ ਟੈਂਸ ਦੇ ਹੁੰਦੇ ਨੇ। ਇੱਥੇ ਵੀ ਇਹ ਧਿਆਨ ਰੱਖਣ ਵਾਲੀ ਗੱਲ ਹੈ ਕਿ ਗਾ ਗੇ ਗੀ ਵੈਸੇ ਹਰੇਕ ਸੈਂਟੈਂਸ ਦੇ ਲਾਸਟ ਤੇ ਆ ਜਾਂਦਾ ਹੈ ਜੋ ਸੈਂਟੈਂਸ ਫਿਊਚਰ ਟੈਂਸ ਦਾ ਹੋਵੇ। ਫਿਊਚਰ ਕੋਈ ਵੀ ਹੋਵੇ, ਫਿਊਚਰ ਇੰਡੈਫਿਨਿਟ ਹੋ ਸਕਦਾ ਹੈ, ਫਿਊਚਰ ਕੰਟੀਨਿਊਸ ਹੋ ਸਕਦਾ ਹੈ, ਫਿਊਚਰ ਪਰਫੈਕਟ ਹੋ ਸਕਦਾ ਹੈ, ਫਿਊਚਰ ਪਰਫੈਕਟ ਕੰਟੀਨਿਊਸ ਹੋ ਸਕਦਾ ਹੈ। ਸਾਰਿਆਂ ਦੇ ਲਾਸਟ ਤੇ ਗਾ ਗੇ ਗੀ ਆਉਂਦਾ ਹੈ, ਠੀਕ ਹੈ। ਜਿਸ ਤਰ੍ਹਾਂ ਮੈਂ ਕਹਿੰਦਾ ਫਿਊਚਰ ਕੰਟੀਨਿਊਸ ਹੈ, ਉਹ ਜਾ ਰਿਹਾ ਹੋਵੇਗਾ, ਗਾ ਆ ਗਿਆ ਲਾਸਟ ਤੇ। ਉਹ ਜਾ ਚੁੱਕਾ ਹੋਵੇਗਾ, ਗਾ ਇਸ ਦੇ ਵਿੱਚ ਵੀ ਲਾਸਟ ਤੇ ਆ ਗਿਆ। ਉਹ ਸਵੇਰ ਤੋਂ ਪੜ੍ਹਾਈ ਕਰ ਰਿਹਾ ਹੋਵੇਗਾ, ਗਾ ਇਸ ਦੇ ਲਾਸਟ ਤੇ ਵੀ ਆ ਗਿਆ, ਠੀਕ ਹੈ। ਕਨਫਿਊਜ਼ ਨਹੀਂ ਹੋਣਾ ਤੁਸੀਂ। ਇੱਕ ਧਿਆਨ ਰੱਖਣੀ ਹੈ ਗੱਲ ਕਿ ਇਹ ਜੋ ਗਾ ਗੇ ਗੀ ਹੈ ਇਹ ਨਾ ਕਿਰਿਆ ਦੇ ਵਿੱਚ ਜੁੜਿਆ ਹੋਣਾ ਚਾਹੀਦਾ। ਕਿਰਿਆ ਦੇ ਵਿੱਚ ਜਿਵੇਂ ਜਾਣਾ, ਪੰਜਾਬੀ 'ਚ ਜਾਣਾ ਕਿਰਿਆ, ਜਾਣਾ ਤੋਂ ਬਣ ਗਿਆ ਜਾਵੇਗਾ, ਇਸ ਕਿਰਿਆ ਦੇ ਵਿੱਚ ਜੁੜ ਜਾਏਗਾ, ਠੀਕ ਹੈ। ਖੇਡਣਾ, ਖੇਡਣਾ ਤੋਂ ਬਣਿਆ ਖੇਡਣ ਗੇ, ਗੇ ਜੁੜ ਗਿਆ ਖੇਡਣ ਦੇ ਵਿੱਚ, ਇਹ ਕਿਰਿਆ ਹੈ, ਕਿਰਿਆ ਦੇ ਵਿੱਚ ਗੇ ਜੁੜਿਆ ਹੈ, ਠੀਕ ਹੈ ਜੀ। ਇਸੇ ਤਰ੍ਹਾਂ ਪੜ੍ਹੇਗੀ, ਪੜ੍ਹਨਾ ਕਿਰਿਆ ਹੈ, ਪੜ੍ਹਨ ਤੋਂ ਬਣਿਆ ਪੜ੍ਹੇਗੀ, ਗੀ ਜੋ ਪੜ੍ਹਨਾ ਦੇ ਵਿੱਚ जुड़ गया, पढ़े ਵਿੱਚ जुड़ गया। सो इस तरह ध्यान रखना है कि जो गा गे गी है ये जो है तिन्ने अखर अपना किस में जुड़े होने चाहिए, क्रिया ਦੇ ਵਿੱਚ जुड़े होने चाहिए है, फिर ਮੰਨਾਂਗੇ कि फ्यूचर इंडेफिनिट ਦਾ सेंटेंस है। उम्मीद करना समझ आ गई होगी ਗੱਲ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਐਕਟਿਵ ਰੂਲ। ਐਕਟਿਵ ਦੇ ਵਿੱਚ ਆਪਾਂ ਕੀ ਯੂਜ਼ ਕੀਤਾ ਸੀ, ਪਹਿਲਾਂ ਕੀਤਾ ਹੈ ਟੈਂਸ ਆਪਾਂ ਨੇ। ਜਿਨ੍ਹਾਂ ਨੇ ਨਹੀਂ ਵੀਡੀਓ ਦੇਖੀ ਟੈਂਸਿਸ ਵਾਲੀ ਵੀਡੀਓਜ਼ ਦੇਖ ਲਓ ਪਹਿਲਾਂ, ਉਸ ਤੋਂ ਬਾਅਦ ਜੋ ਹੈ ਚੇਂਜ ਆਫ ਵੌਇਸ ਤੁਸੀਂ ਦੇਖੋ। ਸ਼ੈਲ, ਵਿਲ ਤੇ ਵਰਬ ਦੀ ਫਸਟ ਫਾਰਮ ਲੱਗਦੀ ਹੈ ਐਕਟਿਵ ਜਦੋਂ ਸੈਂਟੈਂਸ ਹੁੰਦਾ ਹੈ, ਠੀਕ ਹੈ। ਜਿਸ ਤਰ੍ਹਾਂ ਉਹ ਸਕੂਲ ਜਾਵੇਗਾ, ਐਕਟਿਵ ਸੈਂਟੈਂਸ ਹੈ। ਇਸ ਦੇ ਵਿੱਚ ਆਪਾਂ ਸ਼ੈਲ, ਵਿਲ ਦੇ ਵਿੱਚੋਂ ਇੱਕ ਹੈਲਪਿੰਗ ਵਰਬ ਲਗਾਵਾਂਗੇ ਤੇ ਵਰਬ ਦੀ ਫਸਟ ਫਾਰਮ ਲਗਾਵਾਂਗੇ। ਇਹ ਧਿਆਨ ਰੱਖਣ ਵਾਲੀ ਗੱਲ ਹੈ ਕਿ ਸ਼ੈਲ ਕਿਹੜੇ ਕਿਹੜੇ ਸਬਜੈਕਟ ਨਾਲ ਲੱਗਦਾ ਹੈ, ਇਹ ਦੱਸਿਆ ਹੋਇਆ ਪਹਿਲਾਂ ਵੀ। ਸ਼ੈਲ ਯੂਜ਼ ਕਰਦੇ ਆਪਾਂ ਆਈ ਐਂਡ ਵੀ ਸਬਜੈਕਟਸ ਨਾਲ। ਬਾਕੀ ਜਿੰਨੇ ਸਬਜੈਕਟਸ ਬਚ ਗਏ ਸਾਰਿਆਂ ਨਾਲ ਆਪਾਂ ਵਿਲ ਯੂਜ਼ ਕਰਦੇ ਆ ਤੇ ਵਰਬ ਦੀ ਫਸਟ ਫਾਰਮ ਇਹਨਾਂ ਦੇ ਵਿੱਚ ਲੱਗਦੀ ਹੈ। ਕਲੀਅਰ ਜੀ। ਉਸ ਤੋਂ ਬਾਅਦ ਆ ਗਿਆ ਪੈਸਿਵ ਰੂਲ। ਪੈਸਿਵ ਦੇ ਵਿੱਚ ਆਪਾਂ ਸ਼ੈਲ, ਵਿਲ ਐਜ਼ ਇਟ ਇਜ਼ ਰੱਖਾਂਗੇ, ਪਲੱਸ ਜੋ ਹੈ ਬੀ ਕਰ ਦਾਂਗੇ, ਬੀ ਇਹਨਾਂ ਦੇ ਵਿੱਚ ਜੁੜ ਜਾਏਗਾ, ਠੀਕ ਹੈ, ਬੀ ਤੇ ਵਰਬ ਦੀ ਥਰਡ ਫਾਰਮ ਪਲੱਸ ਬਾਈ, ਠੀਕ ਹੈ, ਲੱਗ ਜਾਂਦਾ ਹੈ। ਇਹ ਵੀ ਧਿਆਨ ਰੱਖਣਾ ਕਿ ਜ਼ਰੂਰੀ ਨਹੀਂ ਹਰੇਕ ਟੈਸਟ ਦੇ ਵਿੱਚ ਬਾਈ ਹੀ ਲੱਗੇਗਾ, ਠੀਕ ਹੈ। ਇੱਕ ਵੀਡੀਓ ਆਪਾਂ ਬਣਾਵਾਂਗੇ ਬਾਅਦ ਵਿੱਚ ਕਿ ਬਾਈ ਦੀ ਥਾਂ ਤੇ ਕੀ ਯੂਜ਼ ਹੋ ਸਕਦਾ ਹੈ, ਇਨ ਹੋ ਸਕਦਾ ਹੈ, ਐਟ ਹੋ ਸਕਦਾ ਹੈ, ਠੀਕ ਹੈ। ਇਹ ਆਪਾਂ ਇੱਕ ਵੀਡੀਓ ਬਣਾਵਾਂਗੇ ਬਾਅਦ ਵਿੱਚ ਬਾਈ ਦੀ ਥਾਂ ਤੇ ਹੋਰ ਕੀ ਯੂਜ਼ ਹੋ ਸਕਦਾ ਹੈ, ਓਕੇ। ਤੇ ਵਰਬ ਦੀ ਥਰਡ ਫਾਰਮ ਲੱਗਦੀ ਹੈ। ਕਾਮਨ ਗੱਲ ਹੈ ਕੋਈ ਵੀ ਟੈਂਸ ਜਿਸ ਦਾ ਪੈਸਿਵ ਆਪਾਂ ਬਣਾ ਰਹੇ ਹਾਂ, ਕਿਸੇ ਵੀ ਟੈਂਸ ਦਾ ਵਾਕ ਹੋਵੇ, 8 ਦਾ ਬਣਦਾ ਨਾ ਪੈਸਿਵ, ਕਿਸੇ ਦਾ ਵੀ ਵਾਕ ਹੋਵੇ, ਮੇਨ ਵਰਬ ਦੀ ਜੋ ਹੈ ਥਰਡ ਫਾਰਮ ਹੀ ਲੱਗਦੀ ਹੈ। ਇੱਥੇ ਵੀ ਥਰਡ ਫਾਰਮ ਹੀ ਆਪਾਂ ਨੇ ਲਗਾਣੀ ਹੈ। ਥਰਡ ਫਾਰਮ ਨੂੰ ਪਾਸਟ ਪਾਰਟਿਸਿਪਲ ਵੀ ਕਹਿ ਦਿੰਦੇ ਹਾਂ, ਓਕੇ। ਸੋ ਸ਼ੈਲ ਵੀ ਤੇ ਵਿਲ ਵੀ ਜੋ ਹੈ ਪੈਸਿਵ ਦੇ ਵਿੱਚ ਲੱਗਿਆ ਹੋਏਗਾ। ਇਹ ਪਛਾਣ ਹੈ ਇੰਗਲਿਸ਼ ਦੇ ਵਿੱਚ। ਜੇਕਰ ਕਿਸੇ ਸੈਂਟੈਂਸ ਦੇ ਵਿੱਚ ਇਹ ਸ਼ੈਲ ਜਾਂ ਵਿਲ ਚੋਂ ਲੱਗਿਆ ਹੋਵੇ, ਵਰਬ ਦੀ ਫਸਟ ਫਾਰਮ ਲੱਗੀ ਹੋਵੇ, ਸਮਝ ਲਓ ਐਕਟਿਵ ਹੈ ਫਿਊਚਰ ਇੰਡੈਫਿਨਿਟ ਦਾ। ਜਿਵੇਂ ਇਸ ਵਿੱਚ ਦੇਖੋ ਵਿਲ ਆ ਗਿਆ ਤੇ ਵਰਬ ਦੀ ਫਸਟ ਫਾਰਮ ਹੈ ਟੇਕ, ਦੇ ਵਿਲ ਟੇਕ, ਵਿਲ ਟੇਕ, ਵਿਲ ਨਾਲ ਫਸਟ ਫਾਰਮ ਲੱਗੀ, ਐਕਟਿਵ ਹੈ ਫਿਊਚਰ ਇੰਡੈਫਿਨਿਟ ਦਾ।
ਇੱਥੇ ਦੇਖੋ ਵਿਲ ਸਿੰਗ, ਵਿਲ ਸਿੰਗ ਨੈਗੇਟਿਵ ਹੈ, ਨੋਟ ਲੱਗਾ ਵਿੱਚ ਵਿਲ ਤੇ ਸਿੰਗ ਤਾਂ ਆ ਗਿਆ ਨਾ, ਵਿਲ ਹੈਲਪਿੰਗ ਵਰਬ ਆ ਗਈ, ਸਿੰਗ ਫਸਟ ਫਾਰਮ ਆ ਗਈ, ਫਿਊਚਰ ਇੰਡੈਫਿਨਿਟ ਦਾ ਐਕਟਿਵ ਹੈ। ठीक है, शैल वी लर्न, शैल आ गया, लर्न आ गया फर्स्ट फॉर्म, फ्यूचर इंडेफिनिट का एक्टिव है। व्हेन विल दी मदर बॉयल, मदर विल आ गया, बॉयल फर्स्ट फॉर्म आ गई। ठीक है, इंट्रोगेटिव सेंटेंस है, किससे किहड़े टेंस का है, फ्यूचर इंडेफिनिट का है। इत्थों तुसीं पछाण सकदे हो कि एक्टिव है कि पैसिव है। जेकर शैल विल ते फर्स्ट फॉर्म लगी होगी तो समझ आए तुसीं एक्टिव सेंटेंस है फ्यूचर इंडेफिनिट का। क्लियर। ਤੇ ਜੇ ਪੈਸਿਵ ਦੀ ਪਛਾਣ ਕੀ ਹੈ, ਸ਼ੈਲ ਵਿਲ ਨਾਲ ਬੀ ਲੱਗਿਆ ਹੋਏਗਾ ਤੇ ਥਰਡ ਫਾਰਮ ਲੱਗੀ ਹੋਏਗੀ। ਇੱਧਰ ਦੇਖੋ ਵਿਲ ਬੀ ਲੱਗਿਆ ਹੋਇਆ ਹੈ, ਯੂਜ਼ ਹੋਇਆ ਵਿਲ ਬੀ, ਥਰਡ ਫਾਰਮ ਹੈ। ਪੈਸਿਵ ਹੈ ਫਿਊਚਰ ਇੰਡੈਫਿਨਿਟ ਦਾ, ਵਿਲ ਬੀ ਥਰਡ ਫਾਰਮ ਹੈ, ਪੈਸਿਵ ਹੈ ਫਿਊਚਰ ਇੰਡੈਫਿਨਿਟ ਦਾ। ਵਿਲ ਨਾਲ ਜੋ ਹੈ ਫਸਟ ਫਾਰਮ ਹੈ, ਵਿਲ ਨਾਲ ਫਸਟ ਫਾਰਮ ਹੈ, ਇਹ ਪੈਸਿਵ ਨਹੀਂ ਹੈ ਕਿ ਇਹ ਐਕਟਿਵ ਹੈ, ਕਿਹਦੇ ਟੈਂਸ ਦਾ, ਫਿਊਚਰ ਇੰਡੈਫਿਨਿਟ ਦਾ। ਹੂ ਵਿਲ ਡੂ ਦਿਸ ਵਰਕ, ਵਿਲ ਨਾਲ ਡੂ ਲੱਗਿਆ, ਫਸਟ ਫਾਰਮ ਲੱਗੀ। ठीक है, ये की है, एक्टिव है फ्यूचर इंडेफिनिट का। इस तरह तुसीं पछाण सकदे हो। पेपर दे विच एक्टिव भी सेंटेंस दिता हो सकता है, पैसिव भी दिता होया हो सकता है। जे एक्टिव आ गया तो तुहानूं पैसिव बनाउण लई कहा जाएगा, जेकर पैसिव दिता होया तो तुहानूं तुसीं देखना है इसदा एक्टिव ऑप्शन किहड़ा है, किहड़ा ऑप्शन करेक्ट है। ओके, चलो हुण आपां देखदे हां इहनूं यूज किवें करना है पैसिव दे विच। दे विल टेक मिल्क इन द मॉर्निंग। ठीक है, इसका पैसिव किवें बनेगा। सब तो पहली गल मैं दसी सी कि पहला टेंस पछाण लांगे, विल लग गया, टेक लग गया, फ्यूचर इंडेफिनिट है। पैसिव दे विच शैल बी विल बी फॉलो करना है। ओके, सो ऑब्जेक्ट की है, दे विल टेक मिल्क इन द मॉर्निंग। ऑब्जेक्ट मिल्क है, मॉर्निंग का ऑब्जेक्ट नहीं है। ठीक है, क्योंकि जो पीण का असर है किस ते होया, मिल्क ते, ना कि मॉर्निंग ते। वो जो है दुध पीणगे, ना कि वो मॉर्निंग नूं पीणगे। ठीक है, तो ऑब्जेक्ट की होया, मिल्क। इस करके इसको आप मिल्क नूं पहले नंबर पर लिखांगे, एज ए सब्जेक्ट यूज करांगे। मिल्क विल बी, शैल नहीं लगेगा इत्थे क्योंकि ना आई आया ना वी आया, इस करके आपने विल बी यूज किया पैसिव वाली जो है हेल्पिंग वर्ब। मिल्क विल बी टेक द थर्ड फॉर्म, टेकन। मिल्क विल बी टेकन इन द मॉर्निंग, या बाय आप बाय द इत्थे लिख सकते हैं, इन द मॉर्निंग लास्ट पे लिख सकते हैं। मिल्क विल बी टेकन बाय देम इन द मॉर्निंग। ठीक है जी, ये सेंटेंस बन गया अपना पैसिव। ओके, पहला आप सब्जेक्ट लिखता, फिर हेल्पिंग वर्ब, वर्ब दी थर्ड फॉर्म, फिर बाय एजेंट जो टाइम इसके दिता है सीगा वो बाकी अपना लास्ट पे लिख दिता। क्लियर। ओके, नैक्सट दे दा इधर जाके की बन गया, दैम है। ध्यान रखना सब्जेक्टिव फॉर्म दे है, ऑब्जेक्टिव फॉर्म दैम है। लास्ट में लिखना हो तो दैम लिखांगे, शुरू च लिखना हो तो एज ए सब्जेक्ट लिखना हो तो दे लिखा जाता है। ओके, नेक्स्ट देखो नेगेटिव सेंटेंस है, शी विल नॉट सिंग अ सॉन्ग इन द पार्टी। ठीक है, वो पार्टी दे विच गीत नहीं गावेगी। हुण ऑब्जेक्ट लभना है, ऑब्जेक्ट की है, अ सॉन्ग, ना कि पार्टी। उसने गाना की है, की नहीं गाएगी, गीत। ठीक है, पार्टी थोड़ी ना, पार्टी थोड़ी गाएगी वो, गाना गाना की है, गाउण की गल किसदी हुई है, गीत दी, ना कि पार्टी दी। पार्टी विच तां उसने गाना है, इस करके जो ऑब्जेक्ट है की होया, अ सॉन्ग। अ सॉन्ग नूं पहले नंबर पर लिखांगे एज ए सब्जेक्ट, अ सॉन्ग। अ सॉन्ग नाल शैल बी, विल बी दे विचों की लगना है, विल बी। अ सॉन्ग विल इत्थे नोट भी लगाना है क्योंकि नेगेटिव सेंटेंस है। ये पहला भी दस्या होया, जेकर वर्ब दे हेल्पिंग वर्ब दे दो पार्ट होण, जिवें विल ते भी दो पार्ट ने, नोट लगाना है तो फर्स्ट पार्ट नूं छड्ड के नोट लगाना हुंदा है। अ सॉन्ग विल नॉट बी संग, सिंग दी थर्ड फॉर्म की है, संग, सिंग, sang, sung। ओके, अ सॉन्ग विल नॉट बी sung बाय शी दा इधर जाके बन गया जी पैसे अपना ऑब्जेक्ट हर। A song will not be sung by her in the party। Okay, पहला अपने सब्जेक्ट लिखता, फिर will फर्स्ट पार्ट हेल्पिंग वर्ब दा, फिर नोट, फिर सेकंड पार्ट ऑफ हेल्पिंग वर्ब, फिर वर्ब दी थर्ड फॉर्म बाय प्लस एजेंट, देन जो बचा है बाकी लास्ट पे लिख दो। ओके, शैल वी लर्न अ लेसन, इंट्रोगेटिव सेंटेंस है, शैल आ गया, फर्स्ट फॉर्म आ गई, फ्यूचर इंडेफिनिट है, एक्टिव है, पैसिव बनाना है, पैसिव दे विच ए यूज करना है रूल, इसको फॉलो कर लांगे। ऑब्जेक्ट की है, अ लेसन। अ लेसन इधर लिखना पड़ेगा अपन नूं, अ लेसन। अ लेसन नाल हेल्पिंग वर्ब विल बी लगनी है,
ਤਾਂ ਯੂਜ਼ ਕਿਵੇਂ ਕਰਾਂਗੇ? ਵਿਲ ਨੂੰ ਆਪਾਂ ਇੱਧਰ ਲਿਖਾਂਗੇ ਪਹਿਲੇ ਨੰਬਰ ਤੇ, ਸਬਜੈਕਟ ਤੋਂ ਹੀ ਪਹਿਲਾਂ ਲਿਖਣਾ ਪਏਗਾ ਵਿਲ, ਤੇ ਬੀ ਨੂੰ ਆਪਾਂ ਲਿਖਾਂਗੇ ਸਬਜੈਕਟ ਤੋਂ ਬਾਅਦ, ਕਿਉਂਕਿ ਇੰਟਰੋਗੇਟਿਵ ਸੈਂਟੈਂਸ ਜਦੋਂ ਆਪਾਂ ਬਣਾਉਨੇ ਆ ਨਹੀਂ ਧਿਆਨ ਰੱਖਣਾ ਹੁੰਦਾ ਹੈ ਕਿ ਹੈਲਪਿੰਗ ਵਰਬ ਦਾ ਪਹਿਲਾ ਪਾਰਟ ਸਬਜੈਕਟ ਤੋਂ ਪਹਿਲਾਂ ਲਿਖਣਾ ਹੈ ਤੇ ਦੂਸਰਾ ਪਾਰਟ ਸਬਜੈਕਟ ਤੋਂ ਬਾਅਦ ਵਿੱਚ ਲਿਖਿਆ ਜਾਂਦਾ ਹੈ। ਓਕੇ, ਵਿਲ ਅ ਲੈਸਨ ਬੀ, ਉਸ ਤੋਂ ਬਾਅਦ ਥਰਡ ਫਾਰਮ ਲਰਨ ਦੀ ਲਰਨਡ, ਇਸ ਦੀ ਥਰਡ ਫਾਰਮ ਜੋ ਹੈ ਲਰਨਡ ਵੀ ਆਪਾਂ ਲਿਖ ਸਕਦੇ ਹਾਂ ed ਨਾਲ ਵੀ ਜੋ ਹੈ ਲਿਖਿਆ ਜਾਂਦਾ ਹੈ, ਠੀਕ ਹੈ, ਲਰਨਡ, ਠੀਕ ਹੈ, ਤੇ ਲਰਨਟ ਵੀ ਹੈ। ਦੋ ਤਰੀਕੇ ਨਾਲ ਇਸ ਦੀ ਆਪਾਂ ਥਰਡ, ਸੈਕੰਡ ਤੇ ਥਰਡ ਫਾਰਮ ਬਣਾ ਸਕਦੇ ਹਾਂ। ਹਾਂ, ਪਰ ਇੱਕ ਗੱਲ ਦਾ ਧਿਆਨ ਰੱਖਣਾ, ਜੋ ਇਹ ਵਰਡ ਹੈ ਨਾ ਲਰਨਡ, LEARNED, ਐਨ ਇੱਥੇ NED, ਇਸ ਨੂੰ ਜੇਕਰ ਆਪਾਂ ਸਕਾਲਰ ਵੀ, ਇਸ ਦਾ ਮੀਨਿੰਗ ਹੁੰਦਾ ਹੈ ਸਕਾਲਰ, ਵਿਦਵਾਨ, ਪੜ੍ਹਿਆ ਲਿਖਿਆ ਕੋਈ, ਐਜੂਕੇਟਡ, ਉਸ ਨੂੰ ਵੀ ਜੋ ਹੈ ਇਹ ਉਸ ਵਾਸਤੇ ਵੀ ਵਰਡ ਯੂਜ਼ ਕਰਦੇ ਆ, ਪਰ ਇਸ ਦਾ ਪ੍ਰੋਨਾਂਸੀਏਸ਼ਨ ਉਦੋਂ ਹੁੰਦਾ ਲਰਨਿਡ, ਇਸ ਨੂੰ ਲਰਨਿਡ ਵੀ ਬੋਲ ਸਕਦੇ ਆ ਆਪਾਂ। ਲਰਨਿਡ ਉਦੋਂ ਬੋਲਾਂਗੇ ਜੇ ਇਸ ਦਾ ਮੀਨਿੰਗ ਆਪਾਂ ਲੈ ਰਹੇ ਹਾਂ ਕਿਸੇ ਸਕਾਲਰ ਵਾਸਤੇ ਯੂਜ਼ ਕਰ ਰਹੇ ਹਾਂ, ਵਰਬ ਦੇ ਤੌਰ ਤੇ ਨਹੀਂ ਹੈ। ਜੇ ਐਜ਼ ਅ ਵਰਬ ਇਸ ਨੂੰ ਯੂਜ਼ ਕਰੋਗੇ ਤਾਂ ਇਸ ਦਾ ਪ੍ਰੋਨਾਂਸੀਏਸ਼ਨ ਹੋਏਗਾ ਲਰਨਡ, ਠੀਕ ਹੈ, ਸਮਝ ਆਈ ਗੱਲ? ਓਕੇ, will a lesson be learnt by we ਸਬਜੈਕਟ ਹੈ, ਆਬਜੈਕਟ ਦੇ ਤੌਰ ਤੇ ਇਸ ਦਾ ਬਣ ਜਾਏਗਾ ਜੀ us, ਤੇ ਕੁਐਸਚਨ ਮਾਰਕ ਲੱਗ ਗਿਆ ਜੀ। will a lesson be learnt by us? okay, next sentence ਦੇਖੋ, when will the mother boil water? ਹੁਣ WH ਫੈਮਿਲੀ ਦਾ ਵਰਡ ਆ ਗਿਆ, ਆਬਜੈਕਟ ਕੀ ਹੈ? ਵਾਟਰ ਨੂੰ ਆਪਾਂ ਇੱਥੇ ਲਿਖਾਂਗੇ, ਸਬਜੈਕਟ ਬਣਾ ਲਿਆ ਜੀ, ਆਬਜੈਕਟ ਦਾ ਸਬਜੈਕਟ ਬਣ ਗਿਆ। ਵਾਟਰ ਨਾਲ ਕੀ ਯੂਜ਼ ਹੋਏਗੀ? ਹੈਲਪਿੰਗ ਵਰਬ ਵਿਲ ਬੀ, ਸ਼ੈਲ ਬੀ ਯੂਜ਼ ਨਹੀਂ ਹੋਏਗਾ। ਓਕੇ, ਸੋ ਕੀ ਕਰਾਂਗੇ ਆਪਾਂ? ਵਿਲ ਨੂੰ ਸਬਜੈਕਟ ਤੋਂ ਪਹਿਲਾਂ ਲਿਖਾਂਗੇ, ਬੀ ਨੂੰ ਬਾਅਦ ਵਿੱਚ ਲਿਖਾਂਗੇ, ਵਿਚਾਲੇ ਸਬਜੈਕਟ ਆ ਗਿਆ, ਠੀਕ ਹੈ। ਵਿਲ ਵਾਟਰ ਬੀ boiled by the mother, ਆਰ ਸਾਇਲੈਂਟ ਹੁੰਦਾ ਜੀ ਇਸ ਦੇ ਵਿੱਚ, ਠੀਕ ਹੈ, ਮਦਰ ਨਹੀਂ ਹੁੰਦਾ, ਇਸ ਨੂੰ ਕੀ ਬੋਲਾਂਗੇ ਆਪਾਂ? ਮਦਰ। ਓਕੇ, ਸੋ ਹੁਣ ਕੀ ਬਚ ਗਿਆ? when ਨੂੰ ਹੈਲਪਿੰਗ ਵਰਬ ਦੇ ਪਹਿਲੇ ਪਾਰਟ ਤੋਂ ਹੀ ਪਹਿਲਾਂ ਆਪਾਂ ਲਿਖ ਦਾਂਗੇ, when will water be boiled by the mother? ਸੌਰੀ, ਇਹ ਦੱਸਿਆ ਹੋਇਆ ਪਹਿਲਾਂ ਵੀ ਰਿਪੀਟ ਕਰ ਰਿਹਾ ਮੈਂ, WH ਫੈਮਿਲੀ ਦਾ ਕੋਈ ਵਰਡ ਆ ਜਾਂਦਾ ਉਸ ਨੂੰ ਆਪਾਂ ਪਹਿਲੇ ਨੰਬਰ ਤੇ ਲਿਖਦੇ ਹਾਂ, ਸਬਜੈਕਟ ਹੈਲਪਿੰਗ ਵਰਬ ਤੋਂ ਵੀ ਪਹਿਲਾਂ ਆਪਾਂ ਲਿਖਦੇ ਹਾਂ ਉਸ ਨੂੰ। ਉਮੀਦ ਕਰਦਾ ਗੱਲ ਸਮਝ ਆ ਗਈ ਹੋਏਗੀ। ਹੁਣ ਦੇਖੋ ਇੱਧਰ ਵਾਲੇ ਸੈਂਟੈਂਸਿਸ, ਪੇਪਰ ਦੇ ਵਿੱਚ ਆਲਰੇਡੀ ਪੈਸਿਵ ਵੀ ਆ ਸਕਦਾ, ਪਛਾਣਨਾ ਆਪਾਂ ਨੇ ਪਹਿਲਾਂ ਸੈਂਟੈਂਸ ਨੂੰ ਕਿ ਐਕਟਿਵ ਹੈ ਕਿ ਪੈਸਿਵ ਹੈ। ਦੀਵਾਲੀ ਵਿਲ ਬੀ ਸੈਲੀਬ੍ਰੇਟਡ, ਦੀਵਾਲੀ ਮਨਾਈ ਜਾਵੇਗੀ, ਪੈਸਿਵ ਹੋ ਗਿਆ, ਠੀਕ ਹੈ। ਜੋ ਦੀਵਾਲੀ ਸ਼ਬਦ ਹੈ ਉਹ ਐਜ਼ ਅ ਸਬਜੈਕਟ ਯੂਜ਼ ਹੋਇਆ, ਮਨਾਉਣ ਦਾ ਐਕਸ਼ਨ ਹੋਊਗਾ, ਦੀਵਾਲੀ ਨੂੰ ਮਨਾਇਆ ਜਾਏਗਾ, ਦੀਵਾਲੀ ਨਹੀਂ ਮਨਾਏਗੀ ਕਿਸੇ ਨੂੰ, ਯਾਨੀ ਕਿ ਜੋ ਦੀਵਾਲੀ ਸ਼ਬਦ ਇਸ ਤੇ ਲਿਖਿਆ ਹੋਇਆ ਸਬਜੈਕਟ ਜਿਹੜਾ ਹੈ ਉਹ ਕੋਈ ਐਕਸ਼ਨ ਨਹੀਂ ਕਰ ਰਿਹਾ, ਕੋਈ ਹਰਕਤ ਨਹੀਂ ਕਰ ਰਿਹਾ, ਬਲਕਿ ਇਸ ਦੇ ਉੱਪਰ ਹਰਕਤ ਕੋਈ ਹੋ ਰਹੀ ਹੈ, ਹਲਚਲ ਇਸ ਦੇ ਉੱਪਰ ਹੋ ਰਹੀ ਹੈ, ਠੀਕ ਹੈ, ਹੋਵੇਗੀ ਇਸ ਦੇ ਉੱਪਰ ਹਲਚਲ, ਇਸ ਕਰਕੇ ਸੈਂਟੈਂਸ ਪੈਸਿਵ ਬਣਿਆ ਹੋਇਆ ਹੈ, ਠੀਕ ਹੈ। ਵਿਲ ਵੀ ਲੱਗਿਆ ਹੋਇਆ, ਦੇਖੋ ਥਰਡ ਫਾਰਮ ਲੱਗੀ ਹੋਈ ਹੈ। ਹੁਣ ਐਕਟਿਵ ਬਣਾਉਣਾ ਹੈ, ਐਕਟਿਵ ਬਣਾਉਣ ਲਈ ਆਪਾਂ ਨੂੰ ਜੋ ਆਬਜੈਕਟ ਹੈ ਇਸ ਨੂੰ ਸਬਜੈਕਟ ਦੇ ਤੌਰ ਤੇ ਯੂਜ਼ ਕਰਨਾ ਹੁੰਦਾ ਹੈ। ਹੁਣ ਇੱਥੇ ਦਿੱਤਾ ਨਹੀਂ ਹੋਇਆ ਆਬਜੈਕਟ, ਜੇ ਦਿੱਤਾ ਹੁੰਦਾ ਤਾਂ ਇੱਥੇ ਚੱਕ ਕੇ ਪੂਰੇ ਲਿਖ ਦਿੰਦੇ, ਨਹੀਂ ਦਿੱਤਾ ਹੋਇਆ ਤਾਂ ਫਿਰ ਆਪਾਂ ਨੇ ਸੋਚਣਾ ਵੀ ਕੀ ਹੋ ਸਕਦਾ ਹੈ। ਦੀਵਾਲੀ ਵਿਲ ਬੀ ਸੈਲੀਬ੍ਰੇਟਡ, ਦੀਵਾਲੀ ਮਨਾਈ ਜਾਵੇਗੀ, ਕੌਣ ਮਨਾਏਗਾ ਦੀਵਾਲੀ? ਦੀਵਾਲੀ ਕੌਣ ਮਨਾਏਗਾ? ਲੋਕ ਹੀ ਮਨਾਉਂਦੇ ਦੀਵਾਲੀ, ਠੀਕ ਹੈ। ਤਾਂ ਇੱਥੇ ਆਪਾਂ ਦ ਪੀਪਲ ਵਰਡ ਜੋ ਹੈ ਬਾਈ ਦਾ ਪੀਪਲ, ਯਾਨੀ ਕਿ ਇੱਥੇ ਹੈ ਲਿਖਿਆ ਹੋਇਆ ਬਾਈ ਦਾ ਪੀਪਲ, ਇੱਥੇ ਉਸ ਨੂੰ ਆਪਾਂ ਸ਼ੁਰੂ ਚ ਲਿਖ ਲੈਂਦੇ ਆ ਐਜ਼ ਅ ਸਬਜੈਕਟ, ਦ ਪੀਪਲ। ਹੁਣ ਪੈਸਿਵ ਬਣਾਉਣਾ ਹੈ, ਸੌਰੀ ਐਕਟਿਵ ਬਣਾਉਣਾ ਹੈ, ਤਾਂ ਇਸ ਦੇ ਵਿੱਚ ਆਪਾਂ ਨੂੰ ਬੀ ਰਿਮੂਵ ਕਰਨਾ ਪਊਗਾ, ਕਿਉਂਕਿ ਬੀ ਤਾਂ ਪੈਸਿਵ ਚ ਯੂਜ਼ ਹੁੰਦਾ ਹੈ। ਐਕਟਿਵ ਦੇ ਵਿੱਚ ਆਪਣੇ ਕੋਲ ਸਿਰਫ ਸ਼ੈਲ ਵਿਲ ਨਾਲ ਫਸਟ ਫਾਰਮ ਯੂਜ਼ ਹੁੰਦੀ ਹੈ, ਇਸ ਕਰਕੇ ਬੀ ਆਪਾਂ ਨੂੰ ਡਿਲੀਟ ਕਰਨਾ ਪਊਗਾ ਇੱਥੋਂ, ਠੀਕ ਹੈ। ਦ ਪੀਪਲ ਨਾਲ ਵਿਲ ਹੀ ਲੱਗੇਗਾ, ਸ਼ੈਲ ਨਹੀਂ ਲੱਗੇਗਾ, ਠੀਕ ਹੈ। ਦ ਪੀਪਲ ਵਿਲ ਥਰਡ ਫਾਰਮ ਦੀ ਜੋ ਹੈ ਫਸਟ ਫਾਰਮ ਹੋ ਜਾਏਗੀ, ਕਿਉਂਕਿ ਇੱਥੇ ਥਰਡ ਫਾਰਮ ਯੂਜ਼ ਕਰਦੇ ਆ, ਐਕਟਿਵ ਚ ਫਸਟ ਫਾਰਮ ਯੂਜ਼ ਕਰਦੇ ਆ, ਥਰਡ ਦੀ ਫਸਟ ਫਾਰਮ ਬਣਾ ਦਿਓ। ਦ ਪੀਪਲ ਵਿਲ ਸੈਲੀਬ੍ਰੇਟ ਦੀਵਾਲੀ, ਇਸ ਤਰ੍ਹਾਂ ਤੁਹਾਡਾ ਇਹ ਬਣ ਗਿਆ ਜੀ ਐਕਟਿਵ, ਪੈਸਿਵ ਤੋਂ ਐਕਟਿਵ ਬਣ ਗਿਆ ਇਹ। ਓਕੇ, ਦ ਪੀਪਲ ਵਿਲ ਸੈਲੀਬ੍ਰੇਟ ਦੀਵਾਲੀ। ਓਕੇ, ਹੀ ਵਿਲ ਬੀ ਟ੍ਰੀਟਡ, ਉਸਦਾ ਇਲਾਜ ਹੋਵੇਗਾ, ਉਸਦਾ ਇਲਾਜ ਕੀਤਾ ਜਾਵੇਗਾ, ਕੌਣ ਕਰੇਗਾ? ਡਾਕਟਰ। ਇੱਥੇ ਬਾय द डॉक्टर अंडरस्टूड है,
जो दिता है ऑब्जेक्ट उसनों आपां सब्जेक्ट के तौर पर यूज करांगे, बी नूं रिमूव करांगे, ये एक्टिव फॉर्म च आ जाएगा। इत्थे थर्ड फॉर्म है, थर्ड फॉर्म की थां ते आपां फर्स्ट फॉर्म कर देंगे। ठीक है, डॉक्टर विल ट्रीट ही दा इधर जाके बन जाएगा जी हिम, डॉक्टर विल ट्रीट हिम, ही विल बी ट्रीटेड बाय द डॉक्टर, इत्थे है सी। ठीक है जी। हाँ जी, अगला देखो हूम विल शी रिपोर्ट। ये दस्या है शुरू च एक वीडियो च दस्या सी हूम जो है ਆਪਾਂ ਨੇ ਚੇਂਜ ਕਰਨਾ ਹੁੰਦਾ ਹੈ ਹੂ ਦੇ ਵਿੱਚ, ਤੇ ਜੇ ਹੂ ਆ ਜੇ ਹੂ ਚੇਂਜ ਕਰਨਾ ਹੁੰਦਾ ਆਪਾਂ ਨੇ ਬਾय ਹੂਮ ਦੇ ਵਿੱਚ। ਹੁਣ ਇਸ ਨੂੰ ਆਪਾਂ ਹੂਮ ਨੂੰ ਹੂ ਦੇ ਵਿੱਚ ਚੇਂਜ ਕਰਨਾ ਹੈ, ਐਮ ਹਟਾ ਦਾਂਗੇ। ਠੀਕ ਹੈ, ਬਣ ਜਾਏਗਾ ਹੂ। ਠੀਕ है, हू सेंटेंस देखो एक्टिव है कि पैसिव है, विल शी रिपोर्ट, विल नाल फर्स्ट फॉर्म लगी हुई है मतलब कि एक्टिव है, पैसिव बनाना है। हू विल बी रिपोर्ट दी थर्ड फॉर्म रिपोर्टेड बाय शी दा इधर जाके बन जाएगा जी हर, क्वेश्चन मार्क करके पैसिव बन गया। हू विल बी रिपोर्टेड बाय हर, हूम विल शी रिपोर्ट, ਉਹ ਕਿਸ ਨੂੰ ਰਿਪੋਰਟ ਕਰੇਗੀ, एक्टिव है, ਉਹ ਕਿਸ ਨੂੰ ਰਿਪੋर्ट करेगी। ठीक है, हू विल बी रिपोर्टेड बाय हर, कौन उस द्वारा मतलब किस ਨੂੰ ਰਿਪੋर्ट ਕੀਤੀ ਜਾਵੇਗੀ, ਇਹ ਪੈਸਿਵ ਬਣ ਗਿਆ। ठीक है जी। ਉਸ ਤੋਂ ਬਾਅਦ ਆगे देखो हू वाला सेंटेंस एक लिखा अपन ने हू विल डू दिस वर्क, एक्टिव है, विल आया है, वर्ब ਦੀ फर्स्ट फॉर्म है, ਇੱਥੇ डू जो है मेन वर्ब ਦੇ ਤੌਰ ਤੇ ਆਇਆ ਹੋਇਆ है। ठीक है, वैसे जो डू ਅਤੇ डज है ਉਹ हैज हेल्पिंग वर्ब्स एज हेल्पिंग वर्ब्स प्रेजेंट इंडेफिनिट टेंस ਦੇ ਵਿੱਚ ਯੂਜ਼ ਹੁੰਦੇ ਨੇ। ठीक है जी, बट ਇੱਥੇ ਕੀ ਹੈ ਇਹ वर्ब ਦੀ ਫਸਟ ਫਾਰਮ ਹੈ, ਮੇਨ वर्ब ਹੈ, ਇਹ ਕਨਫਿਊਜ਼ਨ ਹੋਣਾ ਇੱਥੇ ਵੀ will ਵੀ ਲੱਗ ਗਿਆ, do ਵੀ ਲੱਗ ਗਿਆ, ਵੀ ਦੋ ਹੈਲਪਿੰਗ वर्ब ਇਕੱਠੀਆਂ ਲੱਗੀਆਂ। एक will ਹੈਲਪਿੰਗ वर्ब ਹੈ, do ਮੇਨ वर्ब ਹੈ। ठीक है जी, who ਦਾ ਬਣ ਗਿਆ ਜੀ by whom। ठीक है जी, ਉਸ ਤੋਂ ਬਾਅਦ ਆਪਾਂ ਨੇ ਲਿਖਣਾ ਹੈ ਸਬਜੈਕਟ, ਆਬਜੈਕਟ ਹੈ this work, this work ਦਾ ਇੱਧਰ ਆ ਕੇ ਸਬਜੈਕਟ ਬਣ ਜਾਊਗਾ this वर्क। इत्थे मैं स्पेस छड्डी है, क्यों छड्डी है क्योंकि इत्थे आपां नूं हेल्पिंग वर्ब दा फर्स्ट पार्ट ते लिखना पऊगा। सेंटेंस इंट्रोगेटिव है तो इंट्रोगेटिव ही रखना है। ठीक है, दिस वर्क नाल विल यूज होएगा, विल इत्थे लगाता आपां ने, बी इस दे इधरले पासे लग जाएगा। ठीक है, बाय होम विल दिस वर्क बी, उस तो बाद डू दी थर्ड फॉर्म की होंदी है जी डन, क्वेश्चन मार्क लग गया जी। बाय होम विल दिस वर्क बी डन, हु विल डू दिस वर्क, ये काम कौन करेगा, एक्टिव हो गया। ठीक है, ये काम किस द्वारा किया जाएगा, पैसिव हो गया है। ठीक है जी, एक गल ध्यान रखनी है भी जे सेंटेंस इंट्रोगेटिव है एक्टिव दे विच तां पैसिव दे विच भी इंट्रोगेटिव ही बनना है। ठीक है, जेकर एक्टिव दे विच पॉजिटिव है तां पैसिव भी पॉजिटिव सेंटेंस होएगा, एक्टिव सेंटेंस जेकर नेगेटिव है तां पैसिव भी नेगेटिव बनना है। ठीक है, इन्हां गल्लां दा आपां ध्यान रखांगे। सेंटेंस जो है जिस भी फॉर्म दे विच है, पॉजिटिव है, नेगेटिव है, इंट्रोगेटिव है, नेगेटिव प्लस इंट्रोगेटिव है, ठीक है, उसी तरह पैसिव दे विच भी वो बनता है। उम्मीद करना एक कॉन्सेप्ट क्लीयर हो गया होगा, समझ आ गया होगा ਤੁਹਾਨੂੰ। ਤੇ ਫਿਰ ਆਪਾਂ ਜੋ ਅਗਲੀ ਵੀਡੀਓ ਦੇ ਵਿੱਚ ਫਿਊਚਰ ਪਰਫੈਕਟ ਟੈਂਸ ਡਿਸਕਸ ਕਰਾਂਗੇ। ਉਸ ਤੋਂ ਬਾਅਦ ਫਿਰ ਹੈਲਪਿੰਗ ਵਰਬਸ ਪੈਸਿਵ ਦੇ ਵਿੱਚ, ਪੈਸਿਵ ਦੇ ਵਿੱਚ ਜੋ ਹੈਲਪਿੰਗ ਵਰਬਸ ਲੱਗਦੀਆਂ ਨੇ, ਜਿਵੇਂ ਇਸ ਦੇ ਵਿੱਚ ਆਪਾਂ ਨੇ ਸ਼ੈਲ ਵਿਲ ਨਾਲ ਬੀ ਜੋੜਿਆ ਹੈ। ਠੀਕ ਹੈ, ਕੁਝ ਦੇ ਵਿੱਚ ਆਪਾਂ ਨੇ ਇਜ਼ ਐਮ ਆਰ ਵੋਜ਼ ਵਰ ਇਹ ਯੂਜ਼ ਕੀਤੇ ਨੇ। ਇੱਕ ਟ੍ਰਿਕ ਰਾਹੀਂ ਮੈਂ ਤੁਹਾਨੂੰ ਦੱਸੂਗਾ। ਠੀਕ ਹੈ, ਛੋਟੀ ਜਿਹੀ ਵੀਡੀਓ ਬਣਾਵਾਂਗੇ, वो वीडियो जरूर देखना। एक बार वीडियो देखने के सारे तुहाडा जो कंसैप्ट है क्लीयर हो जाएगा, तो दिमाग च रहेगा भी किहड़े टेंस दे पैसिव वाक दे विच किहड़ी हेल्पिंग वर्ब लगदी है। सो इंजॉय करो इस वीडियो नूं, मिलदे आं आपां नैक्सट वीडियो दे विच। थैंक यू वेरी मच।